ਸੋ ਸਾਨੂੰ ਦੋ ਤਰ੍ਹਾਂ ਦੇ ਖਦਸ਼ੇ ਆ, ਜਾਂ ਤਾਂ ਖੱਟਰ ਸਾਹਿਬ ਦੇ ਕਾਬੂ ਤੋਂ ਬਾਹਰ ਹੋ ਗਈ ਗੇਮ, ਕਿਉਂਕਿ ਚੌਧਰ ਦਾ ਰੌਲਾ, ਕੋਈ ਕਹਿੰਦਾ ਬੰਦੇ ਭਰਤੀ ਕਰ ਲਏ, ਕੋਈ ਕੁਛ ਕਰ ਲਏ, ਹਾਲੇ ਤਾਂ ਕਹਿੰਦੇ ਕੋਲ ਚੱਲੀ ਬਾਬਾ ਧਿਆਈ। ਇਲਜ਼ਾਮ ਦੂਜੇ ਤੇ ਲਾਉਣੇ ਬੜੇ ਸੌਖੇ ਆ, ਜਦੋਂ ਆਪਣੇ ਤੇ ਆਉਂਦੇ ਆ ਫਿਰ ਬੜਾ ਔਖਾ ਲੱਗਦਾ। ਇਹ ਦਾਦੂਵਾਲ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਇਸ ਗੱਲ ਦੀ ਪੁਸ਼ਟੀ ਮੈਂ ਨਹੀਂ ਕਰਦਾ, ਉਹ ਕਹਿੰਦੇ ਆ। ਤੇ ਉਹ ਕਹਿੰਦੇ ਜੀ ਇਹ ਨਸ਼ਾ ਕਰਦੇ, ਇਹਨਾਂ ਦਾ ਡੋਪ ਟੈਸਟ ਕਰਾਇਆ ਜਾਵੇ। ਹੁਣ ਅਸੀਂ ਤਾਂ ਸਮਝਦੇ ਹਾਂ ਕਿ ਭਾਵੇਂ ਕਿ ਹਰ ਸਿੱਖ ਜਿਹੜਾ ਵਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ, ਅਕਾਲ ਤਖਤ ਸਾਹਿਬ ਸਭ ਦਾ ਸਾਂਝਾ, ਪਰ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਸੁਪਰ ਪ੍ਰਧਾਨ ਖੱਟਰ ਸਾਹਿਬ ਆ, ਜੇ ਖੱਟਰ ਸਾਹਿਬ ਚਾਹੁਣ ਤੇ ਘਰੇ ਬੈਠ ਕੇ ਉਹਨਾਂ ਦਾ ਮਸਲਾ ਨਿਬੇੜਨ। ਜੋ ਹਰਿਆਣੇ ਦੇ ਸਿੱਖ ਆਪਣੇ ਆਪ ਦੇ ਵਿੱਚ ਇਸ ਗੱਲ ਲਈ ਸ਼ਰਮਿੰਦਾ ਨੇ ਤੇ ਠੱਗਿਆ ਮਹਿਸੂਸ ਕਰ ਰਹੇ ਨੇ ਕਿ ਸੇਵਾ ਦੀ ਗੱਲ ਕੀਤੀ ਤੇ ਸੇਵਾ ਦੀ ਨਹੀਂ, ਇਹਦਾ ਮੇਵਾ ਖਾਣ ਵਾਲੇ ਉੱਥੇ ਆ ਗਏ। ਮੈਂ ਕਹਿੰਦਾ ਵੀ ਇਹ ਸਾਰੇ ਹੀ ਗੁੰਡੇ ਸੀ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਤਾਲੇ ਤੋੜੇ। ਉਦੋਂ ਅਸੀਂ ਗੱਲ ਕਹੀ ਸੀ ਕਿ ਇਹ ਧੱਕੇਸ਼ਾਹੀ ਨਾ ਕਰੋ, ਇਹ ਬੀਜ ਨਾ ਬੀਜੋ, ਆਉਣ ਵਾਲੇ ਸਮੇਂ 'ਚ ਫਸਲ ਜਿਹੜੀ ਵੱਢਣੀ ਪਏਗੀ ਉਹਦਾ ਅਸਰ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਝੱਲਣਾ ਪਵੇਗਾ। ਦੇਖੋ ਜੀ, ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਮਾਨਤਾ ਨਹੀਂ ਹੈ, ਮੈਂ ਜਾਤੀ ਤੌਰ ਤੇ ਵੀ ਇਹ ਗੱਲ ਲਈ ਸਹਿਮਤ ਹੋਊਂਗਾ। ਆਮ ਸਿੱਖਾਂ ਨੂੰ ਸ਼ਾਇਦ ਇਸ ਗੱਲ ਬਾਰੇ ਜ਼ਿਆਦਾ ਪਤਾ ਨਾ ਹੋਵੇ। ਸੁਪਰੀਮ ਕੋਰਟ ਦਾ ਇੱਕ ਆਰਡਰ ਦੇ ਨਾਂ ਦਾ ਵੱਡਾ ਢੋਲ ਵਜਾ ਕੇ ਇਸ ਰੌਲੇ ਦੇ ਵਿੱਚ ਜਿੰਦੇ ਭੰਨ ਦਿੱਤੇ ਗਏ। ਜਿੰਦੇ ਭੰਨਣ ਦੇ ਨਾਲ ਗੁਰਦੁਆਰਿਆਂ ਦੇ ਕਾਬਜ ਹੋ ਗਏ ਲੋਕ, ਤੇ ਹੁਣ ਉੱਥੇ ਦੋ ਤਿੰਨ ਧਿਰਾਂ ਬਣ ਗਈਆਂ, ਜਿਹੜੀਆਂ ਕਿ ਖੱਟਰ ਸਾਹਿਬ ਦੇ ਘਰ ਦਾ ਕਿਚਨ ਕੈਬਨਿਟ ਆਓ, ਜਿਹਦੇ 'ਚ ਮਹੰਤ ਕਰਮਜੀਤ ਸਿੰਘ ਜੀ ਵੀ ਉਹਨਾਂ ਦੇ ਖਾਸ ਨੇ, ਤੇ ਸਾਡੇ ਕੀ ਕਹਿੰਦੇ ਆ ਦਾਦੂਵਾਲ ਸਾਹਿਬ ਵੀ ਉਹਨਾਂ ਦੇ ਖਾਸ ਨੇ, ਕਿਉਂਕਿ ਦਾਦੂਵਾਲ ਸਾਹਿਬ ਤੋਂ ਵੱਧ ਧੰਨਵਾਦ ਤੇ ਸ਼ੁਕਰ ਗੁਜ਼ਾਰੀ ਕੌਣ ਕਰ ਸਕਦਾ, ਜਿਹੜੇ ਕਿ ਹਮੇਸ਼ਾ ਗੁਲਦਸਤੇ ਲੈ ਕੇ ਕੋਈ ਤਰੀਕ 'ਤੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਹੱਕ 'ਚ ਹੋਊਗੀ ਉੱਥੇ ਜੈ ਜੈਕਾਰ ਕਰਦੇ, ਢੋਲ ਵਜਾਉਂਦੇ ਜਾਂਦੇ ਸੀ। ਤੋ ਅੱਜ ਸਾਨੂੰ ਬੜਾ ਅਫਸੋਸ ਆ, ਜਿਹੜੇ ਇਹਨਾਂ ਦੇ ਧਮੀਜਾ ਸਾਹਿਬ ਜਨਰਲ ਸੈਕਟਰੀ ਨੇ ਉਹ ਤਾਂ ਬਹੁਤ ਖਾਸ ਨੇ, ਕਹਿੰਦੇ ਵੀ ਖੱਟਰ ਸਾਹਿਬ ਦੇ। ਅਤੇ ਅੱਜ ਰੌਲਾ ਪੈ ਗਿਆ, ਰੌਲਾ ਵੀ ਐਡਾ ਵੱਡਾ ਪੈ ਗਿਆ ਕਿ ਉਹ ਕਹਿੰਦੇ ਜੀ ਕਿ ਨਾ ਬਈ ਉਹ ਕਹਿੰਦੇ ਜੀ 95 ਲੱਖ ਦਾ ਘਪਲਾ, 98 ਲੱਖ ਦਾ ਘਪਲਾ, ਚਲੋ ਮੈਂ 95 ਕਹਿ ਤਾ, 98 ਕਹਿ ਤਾ। ਇਹ ਘਪਲਾ ਕਹਿੰਦੇ, ਇਹ ਕਰਮਜੀਤ ਸਿੰਘ ਜੀ ਕਹਿੰਦੇ ਕਿ ਆਡਿਟ ਨਹੀਂ ਹੋਈ, ਇਸ ਕਰਕੇ ਰੌਲਾ ਪੈ ਗਿਆ। ਸਾਡੇ ਦਾਦੂਵਾਲ ਸਾਹਿਬ 'ਤੇ ਉਹਨਾਂ ਨੇ ਇਲਜ਼ਾਮ ਲਾਤਾ। ਦਾਦੂਵਾਲ ਸਾਹਿਬ ਨੇ ਖੁੱਲ੍ਹੇਆਮ ਇਹ ਗੱਲ ਕਹੀ ਆ, ਢੋਲ ਵਜਾ ਕੇ ਗੱਲ ਕਹੀ ਆ, ਅਤੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਮਹੰਤ ਕਰਮਜੀਤ ਸਿੰਘ ਹੋਣੀ ਆ, ਇਹ ਦਾਦੂਵਾਲ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਇਸ ਗੱਲ ਦੀ ਪੁਸ਼ਟੀ ਮੈਂ ਨਹੀਂ ਕਰਦਾ, ਉਹ ਕਹਿੰਦੇ ਆ। ਅਤੇ ਉਹ ਕਹਿੰਦੇ ਜੀ ਇਹ ਨਸ਼ਾ ਕਰਦੇ, ਇਹਨਾਂ ਦਾ ਡੋਪ ਟੈਸਟ ਕਰਾਇਆ ਜਾਵੇ। ਹੁਣ ਅਸੀਂ ਤਾਂ ਸਮਝਦੇ ਹਾਂ ਕਿ ਭਾਵੇਂ ਕਿ ਹਰ ਸਿੱਖ ਜਿਹੜਾ ਵਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ, ਅਕਾਲ ਤਖਤ ਸਾਹਿਬ ਸਭ ਦਾ ਸਾਂਝਾ, ਪਰ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਸੁਪਰ ਪ੍ਰਧਾਨ ਖੱਟਰ ਸਾਹਿਬ ਆ, ਜੇ ਖੱਟਰ ਸਾਹਿਬ ਚਾਹੁਣ ਤੇ ਘਰੇ ਬੈਠ ਕੇ ਉਹਨਾਂ ਦਾ ਮਸਲਾ ਨਿਬੇੜਨ। ਸੋ ਸਾਨੂੰ ਦੋ ਤਰ੍ਹਾਂ ਦੇ ਖਦਸ਼ੇ ਆ, ਜਾਂ ਤਾਂ ਖੱਟਰ ਸਾਹਿਬ ਦੇ ਕਾਬੂ ਤੋਂ ਬਾਹਰ ਹੋ ਗਈ ਗੇਮ, ਕਿਉਂਕਿ ਚੌਧਰ ਦਾ ਰੌਲਾ, ਕੋਈ ਕਹਿੰਦਾ ਬੰਦੇ ਭਰਤੀ ਕਰ ਲਏ, ਕੋਈ ਕੁਛ ਕਰ ਲਏ, ਹਾਲੇ ਤਾਂ ਕਹਿੰਦੇ ਕੋਲ ਚੱਲੀ ਬਾਬਾ ਧਿਆਈ। ਇਲਜ਼ਾਮ ਦੂਜੇ ਤੇ ਲਾਉਣੇ ਬੜੇ ਸੌਖੇ ਆ, ਜਦੋਂ ਆਪਣੇ ਤੇ ਆਉਂਦੇ ਆ ਫਿਰ ਬੜਾ ਔਖਾ ਲੱਗਦਾ। ਸੋ ਅਸੀਂ ਚਾਹਾਂਗੇ ਕਿ ਖੱਟਰ ਸਾਹਿਬ ਸੁਪਰ ਪ੍ਰਧਾਨ ਨੇ, ਜੋ ਕਿ ਹਰਿਆਣਾ ਕਮੇਟੀ ਦੇ, ਉਹ ਇਹਨਾਂ ਨੂੰ ਬਹਾ ਕੇ ਮਸਲਾ ਹੱਲ ਕਰਾਉਣ। ਅਤੇ ਜੇ ਮਸਲਾ ਹੱਲ ਨਹੀਂ ਕਰਾਉਂਦੇ ਤਾਂ ਖੱਟਰ ਸਾਹਿਬ ਦੀ ਜਿਹੜੀ ਗੱਲ ਹੈ, ਜਿਹੜੀ ਭਾਵਨਾ, ਸ਼ੱਕ ਹੈ ਪੂਰਾ ਕਿ ਉਹ ਸਿੱਖਾਂ ਦੀ ਸੰਸਥਾ ਜਿਹੜੀ ਕਿ ਭਾਵੇਂ ਕਿ ਧੱਕੇ ਨਾਲ ਬਣਾਈ ਗਈ ਹੈ, ਉਸ ਦਾ ਤਮਾਸ਼ਾ ਬਣਾ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ। ਸੋ ਭਾਵੇਂ ਕਿ ਇਹ ਅਕਾਲ ਤਖਤ ਸਾਹਿਬ 'ਤੇ ਆਏ ਨੇ, ਉਹ ਅਕਾਲ ਤਖਤ ਸਾਹਿਬ ਉਸ ਬਾਰੇ ਕੀ ਕਰਦੇ ਨੇ, ਅਕਾਲ ਤਖਤ ਸਾਹਿਬ ਦਾ ਆਪਣਾ ਆਜ਼ਾਦਾਨਾ ਫੈਸਲਾ, ਉਹ ਆਉਣ ਵਾਲੇ ਸਮੇਂ 'ਚ ਕੀ ਕਰਨਗੇ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਤਮਾਸ਼ਾ ਬਣਾ ਕੇ ਸਿੱਖਾਂ ਦੀ, ਕਿਉਂਕਿ ਲੋਕਾਂ ਵਿੱਚ ਤਾਂ ਇਹ ਹੈ ਨਾ ਕਿ ਸੰਸਥਾ ਸਿੱਖਾਂ ਦੀ ਹੈ, ਇੱਕ ਕਮੇਟੀ ਆ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ। ਸੋ ਉਸ ਗੱਲ ਦੇ ਨਾਲ ਸਾਨੂੰ ਵੀ ਬੜੀ ਵੱਡੀ ਸ਼ਰਮਿੰਦਗੀ ਹੋ ਰਹੀ ਆ। ਜੋ ਕੁਛ ਉੱਥੇ ਵਾਪਰਿਆ ਉਹ ਬਹੁਤ ਮਾੜਾ ਵਾਪਰਿਆ, ਪਰ ਇਹਦੇ ਪਿੱਛੇ ਮਨਸ਼ਾ ਬਹੁਤ ਮਾੜੀ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜੋ ਧੱਕੇਸ਼ਾਹੀ ਕਰਕੇ, ਅੱਜ ਮੈਂ ਇਹ ਗੱਲ ਕਹਿ ਦਿਆਂ ਕਿ ਜਿਹੜੇ ਜਿਵੇਂ ਇੱਕ ਦੂਜੇ ਨੂੰ ਇਲਜ਼ਾਮ ਲਾਉਂਦੇ ਆ ਨਾ, ਉਹ ਕਹਿੰਦੇ ਜੀ ਇਹ ਫਲਾਨਾ ਗੁੰਡਾ, ਉਹ ਮੈਂ ਕਹਿੰਦਾ ਵੀ ਇਹ ਸਾਰੇ ਹੀ ਗੁੰਡੇ ਸੀ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਤਾਲੇ ਤੋੜੇ। ਉਦੋਂ ਅਸੀਂ ਗੱਲ ਕਹੀ ਸੀ ਕਿ ਇਹ ਧੱਕੇਸ਼ਾਹੀ ਨਾ ਕਰੋ, ਇਹ ਬੀਜ ਨਾ ਬੀਜੋ, ਆਉਣ ਵਾਲੇ ਸਮੇਂ 'ਚ ਫਸਲ ਜਿਹੜੀ ਵੱਢਣੀ ਪਏਗੀ ਉਹਦਾ ਅਸਰ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਝੱਲਣਾ ਪਵੇਗਾ। ਅੱਜ ਜੋ ਹਾਲਾਤ ਨੇ, ਮੈਨੂੰ ਲੱਗਦਾ ਕਿ ਜੋ ਹਰਿਆਣੇ ਦੇ ਸਿੱਖ ਆਪਣੇ ਆਪ ਦੇ ਵਿੱਚ ਇਸ ਗੱਲ ਲਈ ਸ਼ਰਮਿੰਦਾ ਨੇ ਤੇ ਠੱਗਿਆ ਮਹਿਸੂਸ ਕਰ ਰਹੇ ਨੇ ਕਿ ਸੇਵਾ ਦੀ ਗੱਲ ਕੀਤੀ ਤੇ ਸੇਵਾ ਦੀ ਨਹੀਂ, ਇਹਦਾ ਮੇਵਾ ਖਾਣ ਵਾਲੇ ਉੱਥੇ ਆ ਗਏ ਨੇ, ਅਤੇ ਉਹ ਬਿਠਾਏ ਸਾਰੇ ਖੱਟਰ ਸਾਹਿਬ ਨੇ ਆ। ਸੋ ਸਿੱਖ ਜਿਹੜਾ ਆਵਾਮ ਹੈ ਉਹ ਅੱਜ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਨੂੰ ਇਸ ਮਾਮਲੇ 'ਚ ਪੂਰਾ ਸਬਕ ਸਿਖਾਉਣ ਲਈ ਤਿਆਰ ਆ, ਅਤੇ ਮੈਨੂੰ ਲੱਗਦਾ ਨਤੀਜਾ ਬੜਾ ਖਤਰਨਾਕ ਆਉਣ ਵਾਲਾ। ਜੀ ਉਹ ਤਾਂ ਪਹਿਲਾਂ ਦੇ ਹੀ ਘਪਲੇ ਆ, ਉਹ ਕਰੋੜ ਤੋਂ ਕਮੇਟੀ ਤੋਂ ਪਹਿਲਾਂ ਦੇ ਹੀ ਆ, ਅਤੇ ਇਸੇ ਕਰਕੇ ਤਾਂ ਕਹਿੰਦੇ ਆ ਵੀ ਸਾਨੂੰ ਮਤਲਬ ਪ੍ਰਧਾਨ ਬਣਿਆ ਰਹਿਣਾ ਚਾਹੀਦਾ। ਪਰ ਸਾਨੂੰ ਹੈਰਾਨੀ ਇਸ ਗੱਲ ਦੀ ਆ ਕਿ ਖੱਟਰ ਸਾਹਿਬ ਦੇ ਜੇਬ 'ਚ ਆ ਸਾਰੇ ਇਹ, ਅਤੇ ਉਹ ਇਹਨਾਂ ਦਾ ਮਸਲਾ ਕਿਉਂ ਨਹੀਂ ਹੱਲ ਕਰ ਰਹੇ? ਕੀ ਉਹਨਾਂ ਦੇ ਹੁਣ ਬਿਲਕੁਲ ਕਹਿੰਦੇ ਆ ਵੀ ਬਸ ਤੋਂ ਬਾਹਰ ਹੋ ਗਈ ਗੱਲ?
ਦੇਖੋ ਜੀ, ਅਕਾਲ ਤਖਤ ਸਾਹਿਬ ਨੂੰ ਜਿਹੜਾ ਕੋਈ ਪੱਤਰ ਲੈ ਕੇ ਆਇਆ ਵਾ, ਉਸ ਗੱਲ ਨੂੰ ਅਕਾਲ ਤਖਤ ਸਾਹਿਬ ਨੇ, ਜੋ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਆ, ਦੇਖੋ ਕਈ ਬੰਦਿਆਂ ਦੇ ਮਨ 'ਚ ਵਿਚਾਰ ਹੋਊਗਾ ਕਿ ਅਕਾਲ ਤਖਤ ਸਾਹਿਬ ਇਸ ਗੱਲ ਦਖਲ ਕਿਉਂ ਦੇ ਰਿਹਾ। ਅਕਾਲ ਤਖਤ ਸਾਹਿਬ ਉਹਨਾਂ ਦੇ ਸਿਸਟਮ ਵਿੱਚ ਦਖਲ ਨਹੀਂ ਦੇਗਾ, ਪਰ ਇੱਕ ਸੰਸਥਾ ਬਣੀ ਜਿਹੜੀ ਕਿ ਲੋਕਾਂ ਵਿੱਚ ਜਾਣੇਗੀ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਾਲੀ ਆ। ਉੱਥੇ ਜੋ ਕੁਝ ਹੋਇਆ, ਗਾਲੀ ਗਲੋਚ ਹੋਇਆ, ਧੱਕੇਸ਼ਾਹੀ ਹੋਈ, ਗੁੰਡਾਗਰਦੀ ਹੋਈ, ਉਸ ਦੇ ਬਾਰੇ 'ਚ ਸਿੰਘ ਸਾਹਿਬ ਨੇ ਨੋਟਿਸ ਲਿਆ ਵੀ ਭਾਈ ਇਹ ਜੂਤ ਪਤਾਣ ਕਰਨ ਤੋਂ ਬਗੈਰ ਕਿ ਨਾ ਕੋਈ ਹੋਰ ਮੀਟਿੰਗਾਂ ਕਰੋਗੇ, ਹੋਰ ਰੌਲਾ ਪਏਗਾ, ਇਹਦੇ ਵਿੱਚ ਸਿੱਖਾਂ ਦੀ ਬਦਨਾਮੀ ਹੁੰਦੀ ਆ, ਸਿੱਖ ਸੰਸਥਾਵਾਂ ਦੀ ਹਾਨੀ ਹੁੰਦੀ ਆ, ਬਦਨਾਮੀ ਹੁੰਦੀ ਆ। ਇਸ ਕਰਕੇ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਲਿਆ ਚੰਗੀ ਗੱਲ ਆ, ਤਾਂ ਕਿ ਦੇਖੋ ਅੱਗੇ ਸਿੰਘ ਸਾਹਿਬ ਕੀ ਕਰਦੇ ਆ, ਇਹਨਾਂ ਦੇ ਮਸਲੇ ਨੂੰ ਕਿੱਦਾਂ ਨਿਬੇੜਦੇ ਆ। ਪਰ ਮੈਂ ਤਾਂ ਚਾਹਾਂਗਾ ਕਿ ਖੱਟੜ ਸਾਹਿਬ ਆਪਦੀ ਜਿਹੜੀ ਆ ਕਿਚਨ ਕੈਬਨਿਟ ਆ ਉਹਨੂੰ ਇਕੱਠਿਆ ਕਰਕੇ ਉਹਨਾਂ ਨੂੰ ਸਮਝਾਓ ਕਿ ਲੜੋ ਨਾ, ਪੈਸਿਆਂ ਦੇ ਮਾਮਲੇ 'ਚ ਨਾ ਲੜੋ, ਚੌਧਰਾਂ ਦੇ ਮਾਮਲੇ 'ਚ ਨਾ ਲੜੋ ਇੱਕ ਦੂਜੇ ਲਈ। ਮੈਂ ਤਾਂ ਇਹ ਗੱਲ ਕਹੀ ਸੀ ਕਿ ਕੀ ਨਾ ਜਿਹੜਾ ਦਾਦੂਵਾਲ ਸਾਹਿਬ ਕਹਿੰਦੇ ਆ ਵੀ ਸਰਕਾਰੀ ਆਡਿਟ ਬਿਠਾ ਦੇਣ, ਅਤੇ ਸਰਕਾਰੀ ਆਡਿਟ ਬਣ ਕੇ ਅਤੇ ਉਹਨਾਂ ਦਾ ਹਿਸਾਬ ਕਰ ਦੇਣ, ਅਤੇ ਜੇ ਦੂਜੇ ਪਾਸੇ ਕੀ ਨਾ ਮਹੰਤ ਕਰਮਜੀਤ ਸਿੰਘ ਜੀ ਜਿਹੜੇ ਆ ਉਹ ਡੋਪ ਟੈਸਟ ਕਰਾ ਲੈਣ, ਮਸਲਾ ਹੱਲ ਹੁੰਦਾ। ਸੋ ਪਰ ਇਹਨੂੰ ਜੇ ਨਹੀਂ ਕਰਾਉਂਦੇ ਇਹਦਾ ਮਤਲਬ ਦੋਨੇ ਪਾਸੇ ਕਾਲਾ ਮਾਲਾ ਵਾ, ਜਿਹੜਾ ਕਿ ਚੰਗਾ ਨਹੀਂ ਹੈ। ਅੱਛਾ, ਦਾਦੂਵਾਲ ਸਾਹਿਬ ਅਕਸਰ ਸ਼੍ਰੋਮਣੀ ਕਮੇਟੀ ਦੇ ਉੱਤੇ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਸੀ, ਹੁਣ ਕੀ ਕਹਿਣਾ ਚਾਹੁੰਦੇ, ਕਿਉਂਕਿ ਦਾਦੂਵਾਲ ਸਾਹਿਬ ਖੁਦ ਨੰਗੇ ਹੋ ਚੁੱਕੇ ਨੇ। ਦੇਖੋ ਅਸੀਂ ਤਾਂ ਫੇਰ ਇਹ ਕਹਿੰਦੇ ਆ ਵੀ ਦੂਜੇ 'ਤੇ ਇਲਜ਼ਾਮ ਲਾਉਣੇ ਬੜੇ ਸੌਖੇ ਆ, ਜਦੋਂ ਉਂਗਲ ਕਰਦੇ ਆ ਨਾ, 3 ਉਂਗਲਾਂ ਆਪਣੇ ਵੱਲੇ ਆਉਂਦੀਆਂ, ਉਹ ਬੰਦਾ ਦੇਖਦਾ ਨਹੀਂ। ਤਾਂ ਅਸੀਂ ਤਾਂ ਫਿਰ ਵੀ ਕਵਾਂਗੇ ਕਿ ਜੇ ਉਹ ਪ੍ਰਬੰਧ ਉਹਨਾਂ ਦੇ ਕੋਲ ਹੈਗਾ, ਭਾਵੇਂ ਕਿ ਅਸੀਂ ਮਾਨਤਾ ਨਹੀਂ ਦਿੰਦੇ, ਅਸੀਂ ਤਾਂ ਲੜਾਈ ਲੜਾਂਗੇ, ਪਰ ਜਿਹੜੇ ਸਿੱਖਾਂ ਦੀ ਬਦਨਾਮੀ ਨਾ ਕਰਾਉਣ, ਕਿਉਂਕਿ ਗੁਰਧਾਮਾਂ ਦੀ, ਗੁਰੂ ਅਸਥਾਨਾਂ ਦੀ, ਜਿੱਥੇ ਗੁਰੂ ਸਾਹਿਬ ਨੇ ਭਰੋਸਾ ਆ ਉਸ ਧਰਤੀ 'ਤੇ ਚਰਨ ਪਾਏ, ਉਹਨਾਂ ਅਸਥਾਨਾਂ ਦੀ ਸੇਵਾ ਜਿਹੜੀ ਆ ਉਹ ਮਨ ਲਾ ਕੇ ਕਰਨ, ਤਾਂ ਫਿਰ ਉਹਨਾਂ ਨੂੰ ਫਲ ਵੀ ਪ੍ਰਾਪਤ ਹੋਏਗਾ। ਜੀ ਮੀਟਿੰਗਾਂ ਹੋ ਰਹੀਆਂ, ਅੱਜ ਵੀ ਸਾਡੀ ਮੀਟਿੰਗ ਆ, ਅਸੀਂ ਆਉਣ ਵਾਲੇ ਦਿਨਾਂ ਵਿੱਚ ਮਹਾਰਾਜ ਕਿਰਪਾ ਕਰੇ ਜਿੰਨੇ ਵੀ, ਦੇਖੋ ਉਹਦੇ ਕਈ ਪੇਚੀਦਗੇ ਮਸਲੇ ਨੇ, ਉਹਨੂੰ ਚੈਨਲ ਦਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਲੈਣਾ, ਅਸੀਂ ਇਸੇ ਕਰਕੇ ਗਏ ਸੀ ਅਨੁਰਾਗ ਠਾਕੁਰ ਕੋਲੇ ਕਿ ਜਿਹੜੇ ਤੁਸੀਂ ਧਾਰਮਿਕ ਬੋਡੀ ਨੂੰ ਚੈਨਲ ਦੇਣ ਵਾਸਤੇ ਜਿਹੜਾ ਉਹ ਥੋੜ੍ਹਾ ਅੜਿੱਕਾ ਪਾ ਰਹੇ ਹੋ, ਉਹਦੇ ਵਿੱਚ ਤੁਸੀਂ ਸਰਲ ਕਰੋ, ਕਿਉਂਕਿ ਇਹ ਜਿਹੜਾ ਚੈਨਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਚੈਨਲ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਨਫਰੰਸ ਨਹੀਂ ਦੇਖਣੀ, ਕਿਸੇ ਤਰ੍ਹਾਂ ਦਾ ਕੋਈ ਬਹਿਸ ਨਹੀਂ ਦਿਖਾਉਣੀ, ਇਹ 'ਚ ਤਾਂ ਨਿਰੋਲ ਕੀਰਤਨ ਹੈ, ਲਾਈਵ ਕੀਰਤਨ ਦਿਖਾਉਣਾ। ਸੋ ਉਹਦੇ ਲਈ ਹੁਣ ਚਾਰਾ ਜੋ ਚੱਲ ਰਹੀ ਆ, ਸਾਡੀਆਂ ਐਪਲੀਕੇਸ਼ਨਾਂ ਜਾ ਚੁੱਕੀਆਂ, ਆਉਣ ਵਾਲੇ ਸਮੇਂ 'ਚ ਦੱਸਾਂਗੇ। ਨਿਰੋਲ ਧਾਰਮਿਕ ਚੈਨਲ ਲਈ ਅਪਲਾਈ ਕੀਤਾ ਜਾ ਰਿਹਾ? ਬਿਲਕੁਲ ਨਿਰੋਲ ਧਾਰਮਿਕ ਲਈ, ਜਿਹਦੇ 'ਚ ਕਿ ਨਾ ਪੂਰਾ ਜਿਹੜਾ ਲਾਈਵ ਕੀਰਤਨ ਹੀ ਦਿਖਾਇਆ ਜਾਏ। ਦੇਖੋ ਬੜੇ ਡਾਊਟ ਨੇ ਕਿ ਤੁਹਾਡੀਆਂ ਸਿਆਸੀ ਸਟੇਜਾਂ ਦਾ ਨਹੀਂ, ਦੇਖੋ ਸਿਆਸੀ ਧਾਰਮਿਕ ਸਟੇਜਾਂ ਲੱਗਦੀਆਂ, ਉੱਥੇ ਸਿਆਸੀ ਗੱਲਾਂ ਅਸੀਂ ਚਾਹਾਂਗੇ ਕਿ ਇਹ ਚੀਜ਼ ਅੜਿੱਕਾ ਨਾ ਬਣੇ। ਅਸੀਂ ਤਾਂ ਗੁਰਬਾਣੀ ਪ੍ਰਸਾਰਣ ਨੂੰ ਪਹਿਲ ਦਿੰਦੇ ਹਾਂ, ਬਾਕੀ ਤਾਂ ਬਹੁਤ ਸਾਰੇ ਚੈਨਲ, ਤੁਹਾਡੇ ਵਰਗੇ ਚੈਨਲ ਸਾਨੂੰ ਬੜਾ ਸਹਿਯੋਗ ਦਿੰਦੇ ਆ, ਤਾਂ ਦੁਨੀਆ ਤੱਕ ਪਹੁੰਚਣ ਲਈ ਤੁਹਾਡਾ ਵੱਡਾ ਸਹਿਯੋਗ ਆ, ਅਸੀਂ ਤੁਹਾਡੇ ਧੰਨਵਾਦੀ ਜੀ। ਠੀਕ ਹੈ।